ਇੱਥੇ ਜਿਹੜਾ ਅੱਜ ਆਟਾ ਸਾਨੂੰ ਮੰਨ ਲਓ ਜੇ 200 ਰੁਪਇਆ 5 ਕਿਲੋ ਮਿਲਦਾ ਤਾਂ 500 ਰੁਪਏ ਜਾਂ 800 ਰੁਪਏ 5 ਕਿਲੋ ਮਿਲਿਆ ਕਰੂਗਾ। ਇਹ ਗੱਲ ਲਿਖਾ ਕੇ ਲੈ ਲਓ ਮੇਰੇ ਤੋਂ। ਸੋ ਮੈਨੂੰ ਵੀ ਸਣੀ ਬਾਈ ਤੋਂ ਇਹੀ ਆਸ ਸੀ, ਪਰ ਬਾਈ ਹੁਣ ਪੰਜਾਬ ਦੇ ਲੋਕਾਂ ਲਈ ਨਹੀਂ ਖੜਿਆ। ਬਾਈ ਜਾ ਕੇ ਸਰਕਾਰ ਦੇ ਹੱਕ 'ਚ ਭੁਗਤ ਗਿਆ। ਸਾਡੇ ਤੇ ਆਰਡੀਨੈਂਸ ਥੋਪਦਾ। ਕਿਉਂ ਥੋਪਿਆ? ਕਿਉਂਕਿ ਉਹਨਾਂ ਵਪਾਰੀਆਂ ਵਾਸਤੇ ਮੰਡੀਆਂ ਕ੍ਰੀਏਟ ਕਰਨੀਆਂ ਨਵੀਆਂ, ਤੇ ਉੱਥੇ ਉਹਨਾਂ ਨੂੰ ਲੇਬਰ ਵੀ ਚਾਹੀਦੀ ਆ ਜਿਹੜੀ ਚੀਪ ਹੋਵੇ, ਜਿਨ੍ਹਾਂ ਨੂੰ ਐਕਸਪਲੋਇਟ ਕਰ ਸਕਣ। ਜਦੋਂ ਮੈਂ ਯੂਪੀ, ਬਿਹਾਰ ਜਾਂ ਹੋਰ MP ਜਾਂ ਬੰਗਾਲ ਇਸ ਸਟੇਟਸ ਦੀ ਲੇਬਰ ਦੀ, ਮਾਈਗ੍ਰੈਂਟਸ ਲੇਬਰ ਆ ਜਿਹੜੇ, ਉਹਨਾਂ ਦੀ ਗੱਲ ਕੀਤੀ ਸੀ, ਇਹਨਾਂ ਨੂੰ ਪਤਾ ਵੀ ਉਹ ਹਾਰਡ ਲੇਬਰ ਕਰ ਸਕਦੇ ਆ, ਉਹਨਾਂ ਨੂੰ ਐਕਸਪਲੋਇਟ ਵੀ ਕਰ ਸਕਦੇ ਆ ਅਸੀਂ, ਤੇ ਸਾਨੂੰ ਚੀਪ ਲੇਬਰ ਵੀ ਮਿਲ ਸਕਦੀ ਆ। ਉੱਥੇ ਖੇਤੀ ਕਰਾਵਾਂਗੇ। ਪੰਜਾਬ ਤੇ ਹਰਿਆਣੇ ਤੇ ਡਿਪੈਂਡ ਨਹੀਂ ਰਹਿੰਦੇ ਹੁਣ। ਸੋ ਗੱਲਾਂ ਨੂੰ, ਕਨਸਪੀਰੇਸੀ ਥਿਊਰੀਜ਼ ਨੂੰ ਸਮਝਣ ਦੀ ਜ਼ਰੂਰਤ ਆ। ਜਿੱਥੋਂ ਤੱਕ ਰਹੀ ਮੇਰੀ ਗੱਲ, ਮੈਂ 25 ਤਰੀਕ ਦੇ ਧਰਨੇ ਬਾਰੇ ਗੱਲ ਕਰਨਾ ਚਾਹਣਾ ਵੀ 25 ਤਰੀਕ ਨੂੰ ਬਾਈ ਜੀ ਦਿੱਲੀ ਤਾਈਂ ਗੱਲ ਪਹੁੰਚਣੀ ਚਾਹੀਦੀ ਆ। ਬਠਿੰਡਾ, ਫਰੀਦਕੋਟ, ਪੰਜਾਬ 'ਚ ਆਪਾਂ ਪਟਿਆਲੇ ਬਹਿ ਕੇ ਕੁਝ ਨਹੀਂ ਹੋਣਾ। ਕਈ ਵਾਰੀ ਤੁਹਾਨੂੰ ਵਰਤ ਕੇ ਜਾਂ ਜਦੋਂ ਹਾਲਾਤਾਂ 'ਚ ਗੁਜ਼ਰਦੇ ਹੋ, ਹਾਲਾਤ ਬੜਾ ਕੁਝ ਸਿਖਾ ਦਿੰਦੇ ਆ, ਸੰਘਰਸ਼ ਬੜਾ ਕੁਝ ਸਿਖਾ ਦਿੰਦਾ, ਉਦੋਂ ਹੀ ਸਮਝ ਆਉਂਦੀ ਆ। ਤਾਂ ਇਸ ਕਰਕੇ ਮੈਂ ਆਪਦੇ ਆਪ ਨੂੰ ਮੇਰੀ ਗਲਤੀ ਜਾਂ ਦੋਸ਼ੀ ਮੰਨਦਾ ਇਸ ਗੱਲ ਦਾ, ਪਰ ਮੈਂ ਜੇ ਦੋਸ਼ੀ ਆ ਤਾਂ ਜਿਨ੍ਹਾਂ ਨੇ ਵੋਟਾਂ ਪਾਈਆਂ ਉਹ ਵੀ ਦੋਸ਼ੀ ਆ, ਜਾਂ ਜਿਨ੍ਹਾਂ ਨੇ ਉਹਦੀਆਂ ਇੰਟਰਵਿਊ ਬਾਈ ਦੀਆਂ ਕੀਤਾ ਉਹ ਵੀ ਦੋਸ਼ੀ ਆ, ਜਾਂ ਜਿਨ੍ਹਾਂ ਨੇ ਪਿੱਛੇ ਗੱਡੀਆਂ ਲਾਈਆਂ ਉਹ ਵੀ ਦੋਸ਼ੀ ਆ, ਕਿਉਂਕਿ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਨਹੀਂ ਪਤਾ ਸੀ ਜਿਵੇਂ ਮੈਨੂੰ ਨਹੀਂ ਪਤਾ ਸੀ। ਹੁਣ ਸਾਡੇ ਦਿਲਾਂ 'ਚ ਤਾਂ ਵਲਵਲੇ ਉੱਠੀ ਜਾਂਦੇ ਆ ਜਿਹੜੇ ਸੰਘਰਸ਼ ਅੰਨੀ ਸਾਨੂੰ ਧੱਕ ਦਿੱਤਾ ਗਿਆ, ਜਾਂ ਜਿਸ ਹਾਲਾਤਾਂ ਵੱਲ ਹੀ ਸਾਨੂੰ ਧੱਕਿਆ ਜਾ ਰਿਹਾ, ਉਹ ਬੜੇ ਹੀ ਮੈਨੂੰ ਲੱਗਦਾ ਸਾਨੂੰ ਚਿੰਤਨ ਕਰਨਾ ਬਣਦਾ ਉਹਨਾਂ ਤੇ। ਪਰ ਮੈਂ ਉਦੋਂ ਪਹਿਲਾਂ ਇੱਕ ਗੱਲ ਕਰਨੀ ਚਾਹਣਾ। ਗੱਲ ਆਏ ਆ ਵੀ ਜਦੋਂ ਕੋਈ ਸੰਘਰਸ਼ ਵਿੜਦੇ ਆ ਆਪਾਂ, ਜਾਂ ਜਦੋਂ ਕਿਸੇ ਕ੍ਰਾਂਤੀ ਦੀ ਗੱਲ ਕਰਦੇ ਆ, ਤਾਂ ਉਹਦੇ 'ਚ ਵਿਰੋਧ ਹੋਣਾ ਲਾਜ਼ਮੀ ਤੇ ਸੁਭਾਵਿਕ ਆ। ਉਦੋਂ ਬਿਨਾਂ, ਉਸ ਵਿਰੋਧ ਤੋਂ ਬਿਨਾਂ ਹੋਣਾ ਵੀ ਚਾਹੀਦਾ। ਉਸ ਵਿਰੋਧ ਤੋਂ ਬਿਨਾਂ ਸਾਨੂੰ ਸੇਧ ਵੀ ਨਹੀਂ ਮਿਲਦੀ। ਅਸੀਂ ਸਹੀ ਰਾਹ ਤੇ ਕਈ ਵਾਰੀ ਤੁਰਦੇ ਵੀ ਨਹੀਂ, ਕਿਉਂਕਿ ਸਾਡੀ ਆਲੋਚਨਾ ਵੀ ਬੜੀ ਜ਼ਰੂਰੀ ਹੁੰਦੀ ਆ। ਹੁਣ ਜਦੋਂ ਮੈਂ ਪੰਜਾਬ ਆ ਕੇ ਸਾਡੇ ਪੰਜਾਬ ਦੇ ਲੋਕਾਂ ਦੀ ਜਾਂ ਪੰਜਾਬ ਦੀ ਗੱਲ ਕਰਦਾ, ਤਾਂ ਇਸ ਗੱਲ ਤੇ ਹੁੰਦਾ ਬਾਈ ਜੀ ਤੁਸੀਂ ਸਨੀ ਦਿਓਲ ਦੀ ਸਪੋਰਟ ਕੀਤੀ ਸੀ। ਹੁਣ ਜਿਹੜੀ ਗੱਲ ਮੈਂ ਅੱਜ ਕਰਨੀ ਚਾਹਣਾ ਵੀ ਜਦੋਂ ਕੋਈ ਆਪਦਾ ਸਾਡਾ ਸਰਕਾਰ 'ਚ ਬੈਠਾ ਹੋਵੇ ਜਾਂ ਆਪਦਾ ਬੰਦਾ ਅਸੀਂ ਪਾਰਲੀਮੈਂਟ 'ਚ ਭੇਜੀਏ, ਉਦੋਂ ਅਸੀਂ ਇਹੀ ਆਸ ਕਰਦੇ ਹਾਂ ਵੀ ਬੰਦਾ ਸਾਡਾ ਸਾਡੇ ਹੱਕਾਂ ਲਈ ਲੜੂਗਾ, ਸਾਡੀ ਆਵਾਜ਼ ਬਣੂਗਾ, ਆਪਦੀ ਆਵਾਜ਼ ਜਾ ਕੇ ਪੰਜਾਬ ਦੇ ਮਸਲਿਆਂ ਦੀ, ਪੰਜਾਬ ਦੇ ਕਿਸਾਨਾਂ ਦੀ, ਲੋਕਾਂ ਦੀ ਆਵਾਜ਼ ਬੁਲੰਦ ਕਰੂਗਾ ਜਾ ਕੇ ਪਾਰਲੀਮੈਂਟ 'ਚ। ਸੋ ਮੈਨੂੰ ਵੀ ਸਣੀ ਬਾਈ ਤੋਂ ਇਹੀ ਆਸ ਸੀ, ਪਰ ਬਾਈ ਹੁਣ ਪੰਜਾਬ ਦੇ ਲੋਕਾਂ ਲਈ ਨਹੀਂ ਖੜਿਆ। ਬਾਈ ਜਾ ਕੇ ਸਰਕਾਰ ਦੇ ਹੱਕ 'ਚ ਭੁਗਤ ਗਿਆ। ਗੱਲ ਇਹ ਆ ਵੀ ਇਹ ਗੱਲ ਤਾਂ ਮੈਨੂੰ ਵੀ ਨਹੀਂ ਪਤਾ ਸੀ। ਇਹ ਗੱਲ ਤੁਹਾਡੀ ਜਮਾਂ ਜਾਇਜ਼ ਆ ਵੀ ਪੰਜਾਬ ਦੇ ਲੋਕਾਂ ਨੇ, ਜਾਂ ਜਿਨ੍ਹਾਂ ਲੋਕਾਂ ਨੇ ਇਹ ਸਵਾਲ ਕੀਤਾ ਅੱਜ ਮੈਨੂੰ ਵੀ ਬਾਈ ਜੀ ਤੁਸੀਂ ਉਦੋਂ ਸਨੀ ਦਿਓਲ ਦੇ ਨਾਲ ਖੜੇ ਸੀ, ਇਨਡਾਇਰੈਕਟਲੀ ਤੁਸੀਂ BJP ਦੀ ਹਮਾਇਤ ਕਰ ਰਹੇ ਸੀ, ਤੇ ਦੇਖੋ ਅੱਜ ਉਹ ਕਿਵੇਂ ਪੰਜਾਬ ਨੂੰ ਖਤਮ ਕਰਨ ਤੇ ਤੁਲੀ ਆ। ਸੋ ਗੱਲ ਮੈਂ ਵੀ ਇਹ ਕਹਿੰਦਾ, ਮੈਨੂੰ ਵੀ ਉਦੋਂ ਕਈ ਵਾਰੀ ਤੁਹਾਨੂੰ ਵਰਤ ਕੇ ਜਾਂ ਜਦੋਂ ਹਾਲਾਤਾਂ 'ਚ ਗੁਜ਼ਰਦੇ ਹੋ, ਹਾਲਾਤ ਬੜਾ ਕੁਝ ਸਿਖਾ ਦਿੰਦੇ ਆ, ਸੰਘਰਸ਼ ਬੜਾ ਕੁਝ ਸਿਖਾ ਦਿੰਦਾ, ਉਦੋਂ ਹੀ ਸਮਝ ਆਉਂਦੀ ਆ। ਤਾਂ ਇਸ ਕਰਕੇ ਮੈਂ ਆਪਦੇ ਆਪ ਨੂੰ ਮੇਰੀ ਗਲਤੀ ਜਾਂ ਦੋਸ਼ੀ ਮੰਨਦਾ ਇਸ ਗੱਲ ਦਾ, ਪਰ ਮੈਂ ਜੇ ਦੋਸ਼ੀ ਆ ਤਾਂ ਜਿਨ੍ਹਾਂ ਨੇ ਵੋਟਾਂ ਪਾਈਆਂ ਉਹ ਵੀ ਦੋਸ਼ੀ ਆ, ਜਾਂ ਜਿਨ੍ਹਾਂ ਨੇ ਉਹਦੀਆਂ ਇੰਟਰਵਿਊ ਬਾਈ ਦੀਆਂ ਕੀਤਾ ਉਹ ਵੀ ਦੋਸ਼ੀ ਆ, ਜਾਂ ਜਿਨ੍ਹਾਂ ਨੇ ਪਿੱਛੇ ਗੱਡੀਆਂ ਲਾਈਆਂ ਉਹ ਵੀ ਦੋਸ਼ੀ ਆ, ਕਿਉਂਕਿ ਉਹਨਾਂ ਨੂੰ ਵੀ ਵਿਚਾਰਿਆਂ ਨੂੰ ਨਹੀਂ ਪਤਾ ਸੀ ਜਿਵੇਂ ਮੈਨੂੰ ਨਹੀਂ ਪਤਾ ਸੀ। ਪਰ ਇਸ ਗੱਲ ਤੇ ਅਸੀਂ ਆਪਸ 'ਚ ਕੋਈ ਆਲੋਚਨਾ ਹੋਣੀ ਚਾਹੀਦੀ ਆ। ਆਲੋਚਨਾ ਨਾਲ ਹੀ ਅਸੀਂ, ਜਿਵੇਂ ਮੈਂ ਕਿਹਾ, ਸਹੀ ਰਾਹਾਂ ਤੇ ਤੁਰੇ ਜਾਂਦੇ ਆ। ਪਰ ਇਹਨਾਂ ਗੱਲਾਂ ਤੇ ਅਸੀਂ ਸਿੰਘ ਫਸਾਈ ਰੱਖੀਏ ਤੇ ਸੰਘਰਸ਼ ਦੀ ਇੱਕ ਚਾਲ ਨੂੰ ਮੱਧਮ ਕਰ ਦਈਏ, ਇਹ ਵੀ ਗੱਲ ਨਹੀਂ ਹੋ ਸਕਦੀ, ਕਿਉਂਕਿ ਲੋਕਾਂ ਲਈ ਲੜਨਾ, ਆਪਦੇ ਹੱਕਾਂ ਲਈ ਲੜਨਾ, ਆਪਦੀਆਂ ਮੰਗਾਂ ਰੱਖਣੀਆਂ ਬੜੀਆਂ ਜ਼ਰੂਰੀ ਹੁੰਦੀਆਂ। ਸੋ ਅੱਜ ਪੰਜਾਬ ਜਿਹੜੇ ਹਾਲਾਤਾਂ ਵੱਲ ਧੱਕਿਆ ਜਾ ਰਿਹਾ, ਲਓ ਮੈਂ ਤੁਹਾਨੂੰ ਦੱਸਦਾ ਵੀ ਸਾਡੀ ਆਰਥਿਕ, ਪੰਜਾਬ ਦੀ ਜਾਂ ਇਕਨੋਮਿਕ ਕੰਡੀਸ਼ਨ ਉਸ ਲੈਵਲ ਤੱਕ ਚਲੀ ਜਾਊਗੀ ਵੀ ਇੱਥੇ ਹਾਲਾਤ ਜਦੋਂ ਮਰਜ਼ੀ ਵਿਗੜ ਸਕਦੇ ਆ। ਫਿਰ ਸਾਨੂੰ, ਅਸੀਂ ਹੱਥਾਂ 'ਚ ਜਾਂ ਮੋਢਿਆਂ ਤੇ ਕਈਆਂ ਰੱਖੀ ਫਿਰਦੇ ਆ,
ਇਹ ਮੁੜ ਕੇ ਬੰਦੂਕਾਂ ਰਖਾ ਦਿੰਦੇ ਆ। ਸਟੇਟ ਧੱਕਦੀ ਆ ਸਾਨੂੰ ਵਾਇਲੈਂਸ ਨਹੀਂ, ਪਰ ਸਾਨੂੰ ਹੁਣ ਇਸ ਵੇਲੇ ਜਿਹੜੀ ਅਸੀਂ ਕ੍ਰਾਂਤੀ ਲਿਆ ਸਕਦੇ ਆ ਇਕਜੁੱਟ ਹੋ ਕੇ, ਜਾਂ ਜਿਹੜੀਆਂ ਜਥੇਬੰਦੀਆਂ ਕਿਸਾਨ ਜਥੇਬੰਦੀਆਂ ਇਕਜੁੱਟ ਹੋ ਕੇ ਕ੍ਰਾਂਤੀ ਲਿਆ ਸਕਦੀਆਂ, ਇਹਦੇ 'ਚ ਲੋਕਾਂ ਨੂੰ ਵੀ ਜੁੜਨ ਦੀ ਜ਼ਰੂਰਤ ਆ। ਕਿਉਂਕਿ ਜਿਹੜਾ ਆਰਡੀਨੈਂਸ ਆ ਰਿਹਾ, ਚਾਹੇ ਉਹ ਅਸੈਂਸ਼ੀਅਲ ਕਮੋਡਿਟੀ ਐਕਟ ਆ ਜਿਹੜਾ, ਉਹਦੇ 'ਚ ਜਿਹੜੀਆਂ ਜ਼ਰੂਰੀ ਵਸਤਾਂ ਦਾ ਭੰਡਾਰੀਕਰਨ ਦਾ ਇਹਨਾਂ ਨੂੰ ਖੁੱਲ੍ਹ ਦੇ ਦਿੱਤੀ ਗਈ ਆ ਵਪਾਰੀਆਂ ਨੂੰ, ਜਾਂ ਜਿਹੜਾ ਕਿਸਾਨੀ ਦਾ ਆਰਡੀਨੈਂਸ ਆ ਰਿਹਾ, ਇਹ ਇਕੱਲਾ ਕਿਸਾਨਾਂ ਨੂੰ ਨਹੀਂ, ਇਹ ਪੰਜਾਬ ਦੀ ਹਰ ਰੂਹ ਦੀ ਜ਼ਿੰਦਗੀ ਆ, ਹਰ ਉਸ ਵਿਅਕਤੀ ਦੀ ਜ਼ਿੰਦਗੀ ਨੂੰ ਪ੍ਰਭਾਵਿਤ ਕਰੂਗਾ। ਇੱਥੇ ਜਿਹੜਾ ਅੱਜ ਆਟਾ ਸਾਨੂੰ ਮੰਨ ਲਓ ਜੇ 200 ਰੁਪਈਆ 5 ਕਿਲੋ ਮਿਲਦਾ, ਤਾਂ ਉਹ 500 ਰੁਪਏ ਜਾਂ 800 ਰੁਪਏ 5 ਕਿਲੋ ਮਿਲਿਆ ਕਰੂਗਾ। ਇਹ ਗੱਲ ਲਿਖਾ ਕੇ ਲੈ ਲਓ ਮੇਰੇ ਤੋਂ, ਕਿਉਂਕਿ ਸਾਡਾ ਪੰਜਾਬ ਦਾ ਜਿਹੜਾ ਐਗਰੇਰੀਅਨ ਮਾਡਲ ਹੈ ਨਾ, ਜਾਂ ਹਰਿਆਣੇ ਦਾ ਵੀ ਐਗਰੇਰੀਅਨ ਮਾਡਲ ਹੈ, ਐਗਰੀਕਲਚਰਲ ਅਸੀਂ ਸਟੇਟਸ ਆ, ਸਾਡੀ ਮੇਨ ਜਿਹੜੀ ਇਕਨੋਮੀ ਦਾ ਪਾਰਟ ਆ ਉਹ ਐਗਰੀਕਲਚਰ ਆ, ਉਹਨੂੰ ਡਿਸਟਰੋਏ ਕੀਤਾ ਜਾ ਰਿਹਾ। ਪਹਿਲੀ ਗੱਲ ਤਾਂ ਉਹਨੂੰ ਤਾਂ ਡਿਸਟਰੋਏ ਉਦੋਂ ਹੀ ਕਰਤਾ ਸੀ ਜਦੋਂ 1966 'ਚ ਗ੍ਰੀਨ ਰੈਵੋਲਿਊਸ਼ਨ ਸਾਡੇ ਪੱਲੇ ਪਾਤਾ ਸੀ, ਜਦੋਂ ਪੂਰਾ ਦੇਸ਼ ਅਨਾਜ ਲਈ ਭੁੱਖਾ ਮਰਦਾ ਸੀ, ਬਾਹਰੋਂ ਮੰਗਾਉਂਦੇ ਸੀ, ਤੇ ਖਤਰਾ ਸੀ ਉਸ ਵੇਲੇ ਦੇਸ਼ 'ਚ ਵੀ ਫੂਡ ਕ੍ਰਾਈਸਿਸ ਨਾ ਕਿਤੇ ਹੋ ਜਾਣ। ਉਸ ਵੇਲੇ ਗਵਰਨਮੈਂਟ ਨੇ ਇਹ ਦੇਖਿਆ ਵੀ ਪੰਜਾਬ ਵਾਲਿਆਂ ਕੋਲੇ ਜ਼ਮੀਨ ਵੀ ਉਪਜਾਊ ਆ, ਸਾਡੇ ਕੋਲੇ ਪਾਣੀ ਦੇ ਇਰੀਗੇਸ਼ਨ ਦੇ ਰਿਸੋਰਸਿਸ ਵੀ ਹੈਗੇ ਆ, ਸਾਡੇ ਕੋਲੇ ਸਕਿੱਲ ਵੀ ਹੈਗਾ, ਸੋ ਇਹਨਾਂ ਨੂੰ ਖੇਤੀ ਵਾਲੇ ਪਾਸੇ ਲਾ ਕੇ ਇੱਥੇ ਉਪਜ ਵਧਾਈ ਜਾਵੇ। ਅਸੀਂ ਇਹਨਾਂ ਨੂੰ ਖਵਾਇਆ, ਅਨਾਜ ਦਿੱਤਾ ਸਾਰੇ ਦੇਸ਼ ਨੂੰ, ਪਰ ਉਹਦੇ ਨਾਲ ਸਾਡਾ ਕੀ ਹੋਇਆ? ਇਨਵਾਇਰਮੈਂਟਲ ਕ੍ਰਾਈਸਿਸ ਆ ਗਏ, ਸਾਡੇ ਵਾਤਾਵਰਨ ਕ੍ਰਾਈਸਿਸ ਜਿਹਨੂੰ ਕਹਿੰਦੇ ਆ, ਮਤਲਬ ਬਹੁਤ ਜ਼ਿਆਦਾ ਭਿਆਨਕ ਸਿੱਟੇ ਨਿਕਲਣਗੇ ਉਹਦੇ, ਕਿਉਂਕਿ ਸਾਡੀ ਜ਼ਮੀਨ, ਸਾਡਾ ਪਾਣੀ, ਸਾਡੀ ਹਵਾ ਸਭ ਗੰਦਲੀ ਹੋ ਗਈ। ਪੰਜਾਬ ਦਾ ਇਨਵਾਇਰਮੈਂਟਲ ਕ੍ਰਾਈਸਿਸ ਇੰਨਾ ਕੁ ਡੀਪ ਆ ਵੀ ਇੱਥੇ ਸੋਸ਼ਲ ਸਟਰਕਚਰ ਆ ਜਿਹੜਾ ਉਹ ਕੋਲੈਪਸ ਹੋ ਸਕਦਾ। ਇਸ ਗੱਲ ਨੂੰ ਕੋਈ ਐਡਰੈਸ ਨਹੀਂ ਕਰ ਰਿਹਾ। ਹੁਣ ਅਗਲੀ ਗੱਲ ਜਿਹੜੀ ਮੈਂ ਕਰਨੀ ਚਾਹਣਾ, ਇਹਦੀ ਗੱਲ ਤਾਂ ਇਹਨਾਂ ਨੇ ਕੀ ਕਰਨੀ ਆ, ਸਾਡੇ ਤੇ ਆਰਡੀਨੈਂਸ ਥੋਪਤਾ। ਕਿਉਂ ਥੋਪਿਆ? ਕਿਉਂਕਿ ਉਹਨਾਂ ਵਪਾਰੀਆਂ ਵਾਸਤੇ ਮੰਡੀਆਂ ਕ੍ਰੀਏਟ ਕਰਨੀਆਂ ਨਵੀਆਂ, ਤੇ ਉੱਥੇ ਉਹਨਾਂ ਨੂੰ ਲੇਬਰ ਵੀ ਚਾਹੀਦੀ ਆ ਜਿਹੜੀ ਚੀਪ ਹੋਵੇ, ਜਿਨ੍ਹਾਂ ਨੂੰ ਐਕਸਪਲੋਇਟ ਕਰ ਸਕਣ। ਜਦੋਂ ਮੈਂ ਯੂਪੀ, ਬਿਹਾਰ ਜਾਂ ਹੋਰ MP ਜਾਂ ਬੰਗਾਲ, ਇਸ ਸਟੇਟਸ ਦੀ ਲੇਬਰ ਦੀ, ਮਾਈਗ੍ਰੈਂਟਸ ਲੇਬਰ ਆ ਜਿਹੜੇ, ਉਹਨਾਂ ਦੀ ਗੱਲ ਕੀਤੀ ਸੀ, ਇਹਨਾਂ ਨੂੰ ਪਤਾ ਵੀ ਉਹ ਹਾਰਡ ਲੇਬਰ ਕਰ ਸਕਦੇ ਆ, ਉਹਨਾਂ ਨੂੰ ਐਕਸਪਲੋਇਟ ਵੀ ਕਰ ਸਕਦੇ ਆ ਅਸੀਂ, ਤੇ ਸਾਨੂੰ ਚੀਪ ਲੇਬਰ ਵੀ ਮਿਲ ਸਕਦੀ ਆ। ਉੱਥੇ ਖੇਤੀ ਕਰਾਵਾਂਗੇ, ਪੰਜਾਬ ਤੇ ਹਰਿਆਣੇ ਤੇ ਡਿਪੈਂਡ ਨਹੀਂ ਰਹਿੰਦੇ ਹੁਣ। ਸੋ ਗੱਲਾਂ ਨੂੰ, ਕਨਸਪੀਰੇਸੀ ਥਿਊਰੀਜ਼ ਨੂੰ ਸਮਝਣ ਦੀ ਜ਼ਰੂਰਤ ਆ। ਜਿੱਥੋਂ ਤੱਕ ਰਹੀ ਮੇਰੀ ਗੱਲ, ਮੈਂ 25 ਤਰੀਕ ਦੇ ਧਰਨੇ ਬਾਰੇ ਗੱਲ ਕਰਨਾ ਚਾਹਣਾ ਵੀ 25 ਤਰੀਕ ਨੂੰ ਬਾਈ ਜੀ ਦਿੱਲੀ ਤਾਈਂ ਗੱਲ ਪਹੁੰਚਣੀ ਚਾਹੀਦੀ ਆ। ਬਠਿੰਡਾ, ਫਰੀਦਕੋਟ, ਪੰਜਾਬ 'ਚ ਆਪਾਂ ਪਟਿਆਲੇ ਬਹਿ ਕੇ ਕੁਝ ਨਹੀਂ ਹੋਣਾ, ਕੋਈ ਉਹਨਾਂ ਦੇ ਸਿਰ ਤੇ ਜਮਾਂ ਕੰਨ ਤੇ ਜੂੰ ਨਹੀਂ ਸਰਕਣੀ ਜਦੋਂ ਤੱਕ ਤੁਸੀਂ ਦਿੱਲੀ ਨਹੀਂ ਹਿਲਾਉਂਦੇ। ਲੋ ਮੈਨੂੰ ਜਿਹੜੇ ਕਹਿੰਦੇ ਆ ਵੀ ਬਾਈ ਤੂੰ BJP ਦਾ ਬੰਦਾ ਆ, ਸਨੀ ਦਿਓਲ ਦੇ ਹੱਕ 'ਚ ਭੁਗਤਿਆ ਸੀ, ਮੈਂ ਵੰਗਾਰਦਾ ਤੁਹਾਨੂੰ ਵੀ ਆ ਜੋ ਬਾਰਡਰ ਖਲਗੇ ਸੀਲ, 25 ਤਰੀਕ ਨੂੰ ਬਾਰਡਰ ਸੀਲ ਕਰਦੇ ਆ। ਇਹਨਾਂ ਨੂੰ ਲੱਗੂ ਪਤਾ ਜਦੋਂ ਪੰਜਾਬ 'ਚ ਕੋਈ ਦਿੱਲੀ ਵਾਲੇ ਲੁਟੇਰੇ ਆਪਾਂ ਨਹੀਂ ਵੜਨ ਦਿੱਤੇ। ਸ਼ੰਭੂ ਬਾਰਡਰ ਤੇ ਬੈਠੇ ਆ 25 ਤਰੀਕ ਨੂੰ, ਮੈਂ ਦਿਨਾ ਹੁੱਕਾ ਲਓ, ਮੈਂ ਬੈਠਾ ਹੋਊਂਗਾ, ਦੇਖਦੇ ਆ ਕਿਹੜੇ ਕਿਹੜੇ ਚ ਦਾਮਾ, ਕਿਹੜਾ ਕਿਹੜਾ ਮੁੜ ਕੇ ਜ਼ਮੀਰ ਜਾਗਦੀ ਆ, ਕਿਹੜਾ ਕਿਹੜਾ ਉਨੀ ਕੁ ਹੈਸੀਅਤ ਰੱਖਦਾ, ਕਿਹੜਾ ਕਿਹੜਾ ਹਿੰਮਤ ਰੱਖਦਾ ਵੀ ਸਾਡੇ ਨਾਲ ਆ ਕੇ ਉੱਥੇ ਖੜਾ ਹੋਵੇ। ਮੈਨੂੰ ਤੁਸੀਂ ਲਓ ਆਪਦੇ ਨੰਬਰ ਭੇਜੋ, ਇਨਬਾਕਸ ਕਰੋ ਜਾਂ ਮੈਸੇਜਸ ਕਰੋ, ਅਸੀਂ ਕੰਟੈਕਟ ਕਰਦੇ ਆ। ਆਪਾਂ ਬੈਠੇ ਆ 25 ਤਰੀਕ ਨੂੰ ਦਿੱਲੀ ਤਾਈਂ ਪਹੁੰਚਾਉਣੇ ਆ ਆਵਾਜ਼। ਬੈਠੇ ਹੋਈਏ ਫਰੀਦਕੋਟ, ਬੈਠੇ ਹੋਈਏ ਪਟਿਆਲੇ, ਬੈਠੇ ਹੋਈਏ ਬਠਿੰਡੇ, ਇਹਨਾਂ ਨੂੰ ਕੀ ਫਰਕ ਪੈਂਦਾ? ਕਰੀ ਲਾਈ ਜਾਈਏ ਧਰਨੇ ਉੱਥੇ। ਕਿਸਾਨ ਜਥੇਬੰਦੀਆਂ ਦੇ ਅਸੀਂ ਨਾਲ ਆ ਬਾਈ। 25 ਤਰੀਕ ਨੂੰ ਬੈਠੋ ਸ਼ੰਭੂ ਬਾਰਡਰ ਤੇ ਉਦੋਂ ਬਾਅਦ ਕਰੋ ਦਿੱਲੀ ਨੂੰ ਕੂਚ, ਫੇਰ ਦੇਖਦੇ ਆ ਇਹ ਕੀ ਕਰਦੇ ਆ। ਸਾਡੇ ਤੇ ਜ਼ਬਰ ਜ਼ੁਲਮ ਕਰਨਗੇ, ਪਰ ਆਪਾਂ ਕੋਈ ਨਹੀਂ, ਉਵੇਂ ਹੀ ਚੱਲਣ ਦੋ, ਫਿਰ ਭੱਜਦੇ ਅਨੁਮਾਨ ਇੱਕੋ ਜਿਹੇ ਹੁੰਦੇ ਆ। ਸੋ ਆਉਣ ਦੋ, ਹੁਣ ਅਸੀਂ ਇਹਨੂੰ ਇੰਟੈਲੈਕਚੁਅਲੀ ਵੀ ਐਡਰੈਸ ਕਰਾਂਗੇ, ਇਹਨੂੰ ਅਸੀਂ ਸਿਧਾਂਤਕ ਤੌਰ ਤੇ ਵੀ ਐਡਰੈਸ ਕਰਾਂਗੇ, ਤੇ ਇਸ ਚੀਜ਼ ਨੂੰ ਜੋਸ਼ ਤੇ ਹੋਸ਼ 'ਚ ਐਡਰੈਸ ਕਰਾਂਗੇ। ਕਿਉਂਕਿ ਮੈਨੂੰ ਐਂ ਲੱਗਦਾ ਵੀ ਇਕੱਲਾ ਜੋਸ਼ ਵੀ ਜ਼ਰੂਰੀ ਨਹੀਂ ਹੁੰਦਾ, ਸਾਨੂੰ ਨਾਲ ਨਾਲ ਹੋਸ਼ ਵੀ ਰੱਖਣਾ ਪਊਗਾ। ਕਿਉਂਕਿ ਨਹੀਂ ਤਾਂ ਸਾਨੂੰ, ਜਿਵੇਂ ਮੈਂ ਕਿਹਾ, ਵਾਇਲੈਂਸ ਇੰਨੀ ਸਟੇਟ ਧੱਕਦੀ ਆ, ਸਾਨੂੰ ਮਜਬੂਰ ਕਰ ਦੇਣਗੇ ਵੀ ਕਈਆਂ ਅਸੀਂ ਖੇਤਾਂ 'ਚ ਧਰ ਜਾਾਂਗੇ, ਆਪਦੇ ਮੋਢਿਆਂ ਤੋਂ ਲਾ ਕੇ ਤੇ ਬੰਦੂਕਾਂ ਚੱਕ ਲਾਂਗੇ। ਉਦੋਂ ਬਾਅਦ ਇਹਨਾਂ ਨੂੰ ਚੰਗੀ ਤਰ੍ਹਾਂ ਆਉਂਦਾ ਉਸ ਸੰਘਰਸ਼ ਨੂੰ ਦੱਬਣਾ, ਅਸੀਂ ਪਹਿਲਾਂ ਵੀ ਦੇਖ ਹੀ ਲਿਆ। ਇਸ ਕਰਕੇ ਸਾਡਾ ਲਾਮਬੰਦ ਹੋਣਾ, ਸਾਡਾ ਇੱਕ ਹੋਣਾ,
ਤੇ ਸੰਘਰਸ਼ ਨੂੰ ਇਸ ਤਰ੍ਹਾਂ ਵਿਉਂਤ ਬੰਦ ਕਰਨਾ ਜਾਂ ਇਹਦੀਆਂ ਇਸ ਤਰ੍ਹਾਂ ਰਣਨੀਤੀ ਘੜਨੀ ਵੀ ਇਕੱਠੇ ਵੀ ਰਹੀਏ ਤੇ ਦਿੱਲੀ ਤੱਕ ਆਵਾਜ਼ ਵੀ ਪਹੁੰਚੇ, ਬਹੁਤ ਜ਼ਰੂਰੀ ਆ। ਕਿਸਾਨ ਜਥੇਬੰਦੀਆਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਆ। ਲੋ ਨੌਜਵਾਨੋ, ਸਾਰੀ ਜਵਾਨੀ ਆ ਜਿਹੜੀ, ਆ ਜੋ ਪ੍ਰਤਿਆ ਲੈਂਦੇ ਆ ਆਪਣੇ 'ਚ ਕਿੰਨੀ ਕੁ ਹਿੰਮਤ ਆ। 25 ਤਰੀਕ ਨੂੰ ਆਪਾਂ ਬਹਿਨੇ ਆ ਬਾਈ ਜੀ। ਇਹ ਗੱਲ ਜਿਹੜੀ ਮੈਂ ਹੁਣ ਤੁਹਾਡੇ ਨਾਲ ਕਰ ਰਿਹਾ, ਇਹ ਇਸ ਕਰਕੇ ਵੀ ਜ਼ਰੂਰੀ ਆ, ਜੇ ਕਿਤੇ ਇਹ ਲਾਗੂ ਹੋ ਗਿਆ ਸਾਨੂੰ ਹੈਂਡਲ ਵੀ ਕਰਨਾ ਆਉਂਦਾ, ਇੰਨੀ ਕੁ ਇੰਟੈਲੀਜੈਂਸ ਸਾਡੇ ਕੋਲੇ ਹੈਗੀ ਆ ਵੀ ਅਸੀਂ ਉਸ ਸਿਚੁਏਸ਼ਨ ਵੀ ਹੈਂਡਲ ਕਰਾਂਗੇ, ਇਹਦਾ ਹੱਲ ਵੀ ਹੈਗਾ ਸਾਡੇ ਕੋਲੇ। ਪਰ ਉਦੋਂ ਪਹਿਲਾਂ ਇਹ ਗੱਲ ਵੀ ਦੇਖ ਲੈਂਦੇ ਆ ਵੀ ਇਹ ਜਿਹੜੀ ਇੰਡੀਅਨ ਗਵਰਨਮੈਂਟ ਆ ਇਹ ਕਿੰਨੀ ਕੁ ਲੋਕ ਹਿੱਤ ਆ। ਇਹ ਗੱਲ ਵੀ ਸਾਹਮਣੇ ਆ ਜੂਗੀ ਸਾਰਿਆਂ ਦੇ ਵੀ ਇਹ ਗੱਲਾਂ ਜਿਹੜੀਆਂ ਸਾਰਾ ਵਰਤਾਰੇ ਚੱਲ ਰਹੇ ਆ, ਇਹ ਉਸ ਕਾਰਪੋਰੇਟ ਸੈਕਟਰ ਨੂੰ, ਉਹ ਵਪਾਰੀਆਂ ਨੂੰ ਅਕੋਮੋਡੇਟ ਜਾਂ ਪਲੀਜ਼ ਕਰਨ ਵਾਸਤੇ ਚੱਲ ਰਹੇ ਆ। ਕਿਉਂਕਿ -23 GDP ਜਾਵੜੀ, ਇੱਕ ਛੋਟੀ ਜਿਹੀ ਐਗਜ਼ਾਮਪਲ ਦਿੰਨਾ, ਪਰ ਹਜੇ ਤੱਕ ਜਿਹੜੀ ਸਟਾਕ ਮਾਰਕੀਟ ਆ ਆਲ ਟਾਈਮ ਹਾਈ ਫਿਰ ਰਹੀ ਆ, 40,000 ਦੇ ਆਸ-ਪਾਸ ਫਿਰਦੀ ਆ। ਇਹ ਕਦੇ ਹੋ ਸਕਦਾ ਵੀ ਐਡਾ ਵੱਡਾ ਦੇਸ਼ 'ਚ ਇਕਨੋਮਿਕ ਕ੍ਰਾਈਸਿਸ ਹੋਵੇ ਤੇ ਸਟਾਕ ਮਾਰਕੀਟ 40,000 ਦੇ ਆਸ-ਪਾਸ ਫਿਰੇ ਆਲ ਟਾਈਮ ਹਾਈ? ਤਾਂ ਇਹਦੇ ਤੋਂ ਤੁਹਾਨੂੰ ਸਮਝ ਆ ਸਕਦਾ ਵੀ ਉਹ ਜਿਹੜਾ ਕਾਰਪੋਰੇਟ ਸੈਕਟਰ ਬੈਠਾ ਨਾ, ਉਹਨੂੰ ਚੰਗੀ ਤਰ੍ਹਾਂ ਪਤਾ ਵੀ ਗਵਰਨਮੈਂਟ ਸਾਡੇ ਲਈ ਕੰਮ ਕਰਦੀ ਆ। ਗਵਰਨਮੈਂਟ ਨੇ ਲੋਕਾਂ ਲਈ ਕੰਮ ਨਹੀਂ ਕਰਨਾ, ਸਰਕਾਰਾਂ ਨੇ ਲੋਕਾਂ ਲਈ ਕੰਮ ਨਹੀਂ ਕਰਨਾ। ਇਸ ਕਰਕੇ ਮੈਨੂੰ ਪਤਾ ਨਹੀਂ ਪੰਜਾਬ ਦਾ ਕੋਈ ਪੋਲੀਟੀਕਲ ਜਿਹੜਾ ਰਾਜਸੀ ਆਗੂ ਆ ਉਹ ਇਸ ਗੱਲ ਨੂੰ ਐਡਰੈਸ ਕਿਉਂ ਨਹੀਂ ਕਰਦਾ। ਉਹ ਹੋਰ ਹੀ ਪਾਸੇ ਪਤੰਦਰ ਕਿਉਂ ਭਟਕਾਈ ਫਿਰਦੇ ਆ। ਸਾਨੂੰ ਹੁਣ ਆਪਦੇ ਆਪ ਉੱਠਣਾ ਪਊਗਾ, ਆਪਦੇ ਆਪ ਨੂੰ ਜਗਾਉਣਾ ਪਊਗਾ, ਗੱਲਾਂ ਨੂੰ ਸਮਝਣਾ ਪਊਗਾ, ਲਾਮਬੰਦ ਤਰੀਕੇ ਨਾਲ ਸੰਘਰਸ਼ ਨੂੰ ਅੱਗੇ ਵਧਾਉਣਾ ਪਊਗਾ। ਅਦਰਵਾਈਜ਼ ਮਿਲਣਾ ਸਾਨੂੰ ਵੀ ਕੁਝ ਨਹੀਂ ਇਹਦੇ ਚੋਂ। ਸੋ ਮੈਂ ਇੱਕ ਵਾਰੀ ਫੇਰ ਨਾਲੇ ਵੰਗਾਰਦਾ ਵੀ ਆ ਜਿਹੜੀ ਜਵਾਨੀ ਆ, ਤੇ ਵੱਡਿਆਂ ਨੂੰ ਅਰਦਾਸ ਕਰਦਾ ਵੀ ਠੀਕ ਆ ਤੁਸੀਂ ਮੰਗ ਪੱਤਰ ਦਿੰਦੇ ਰਹੇ ਸਾਰੀਆਂ ਉਮਰਾਂ, ਪਰ ਹੁਣ ਜਿਹੜੀ ਗੱਲ ਆ ਉਹ ਮੰਗ ਪੱਤਰਾਂ ਦੀ ਨਹੀਂ ਰਹੀ। ਹੁਣ ਲੜਾਈ ਕੁਝ ਵੱਖਰੀ ਆ, ਉਹਦੇ ਢੰਗ ਵੀ ਵੱਖਰੇ ਹੋਣੇ ਚਾਹੀਦੇ ਆ। ਸੋ ਇਸ ਕਰਕੇ ਮੈਨੂੰ ਐਂ ਲੱਗਦਾ ਬਾਰਡਰ ਸੀਲ ਕਰਦੇ ਆ, ਬਾਰਡਰ ਸੀਲ ਆਪਾਂ 25 ਤਰੀਕ ਨੂੰ। ਉਦੋਂ ਬਾਅਦ ਦੇਖਦੇ ਆ ਇਹ ਕਿੱਥੇ ਕਾ ਕੇ ਭੁਗਤਦੇ। ਅਸੀਂ ਇਸ ਗੱਲ ਤੇ ਸੀਲ ਕਰੀਏ ਵੀ ਦਿੱਲੀ ਦੇ ਲੁਟੇਰੇ ਜਾਂ ਇਹ ਕਾਰਪੋਰੇਟ ਪੰਜਾਬ 'ਚ ਨਹੀਂ ਵੜਨ ਦੇਣੇ। ਲੋ ਆ ਜਾਓ ਬਈ, ਸਾਰੇ ਵਰਗਾਂ ਦੀ ਲੜਾਈ ਆ, ਵਿੱਚੇ ਜਿਹੜਾ ਹਿੰਦੂ ਭਰਾ, ਦਲਿਤ ਭਰਾ, ਹੋਰ ਜਿਹੜੇ ਸਾਰੇ ਵਰਗ ਆ, ਸਿੱਖ, ਸਾਡੇ ਸਾਰਿਆਂ ਦੀ ਲੜਾਈ ਆ। ਸਾਡੀ ਜ਼ਮੀਨ ਦੀ, ਸਾਡੀ ਹੋਂਦ ਦੀ ਲੜਾਈ ਆ। ਜੇ ਨਹੀਂ ਲੜਾਂਗੇ ਸਾਡੇ ਪੱਲੇ ਕੁਝ ਨਹੀਂ ਰਹਿਣਾ। ਇਸ ਕਰਕੇ ਮੈਂ ਨਾਲ ਖੜਾ। ਮੈਨੂੰ ਸਿੰਘ ਪਸਾਈ ਰੱਖੀਏ, ਆਪਸ ਸੁਲਝਾਈ ਰੱਖੀਏ, ਕਿਉਂਕਿ ਗੱਲ ਹੀ ਕਹਿਣੀ ਹੁੰਦੀ ਆ, ਉਹਨੂੰ ਕਿਹੜਾ ਆਪਾਂ ਪ੍ਰੂਵ ਕਰਨਾ। ਲੋ ਕਹਿ ਦੋ ਗੱਲ, ਆਪੇ ਮੁੜ ਕੇ ਦੇਖੀ ਜਾਊ। ਇਹ ਤਾਂ ਗੱਲਾਂ ਕਹਿੰਦੇ ਆ, ਗੱਲਾਂ ਗੁੱਲਾਂ ਦਾ ਕੋਈ ਅਸਰ ਨਹੀਂ ਹੁੰਦਾ। ਲੋਕ ਬੜੇ ਸਿਆਣੇ ਆ। ਮੈਨੂੰ ਐਂ ਲੱਗਦਾ ਮੇਰੇ ਬਾਰੇ ਵੀ ਲੱਗ ਜੂ ਪਤਾ ਤੁਹਾਨੂੰ, ਤੇ ਤੁਹਾਡੇ ਬਾਰੇ ਵੀ ਲੱਗ ਜੂ ਪਤਾ ਪੰਜਾਬ ਬਾਰੇ ਵੀ ਸਾਡੇ 'ਚ ਕਿੰਨਾ ਕਦਮ ਆ। ਲੋ 25 ਤਰੀਕ ਨੂੰ ਤੁਹਾਨੂੰ ਦਿੰਨੇ ਆ ਹੋਕਾ ਬਾਈ। ਭੇਜੋ ਮੈਨੂੰ ਮੈਸੇਜ, ਨੰਬਰ ਭੇਜੋ, ਮੈਂ ਕਰੂੰਗਾ ਫੋਨ ਤੁਹਾਨੂੰ। ਬਹਿਨੇ ਆਪਾਂ ਉੱਥੇ ਜਾ ਕੇ ਬਾਰਡਰ ਤੇ ਕਰਦੇ ਆ ਸੀਲ, ਫਿਰ ਦੇਖਦੇ ਆ ਅੱਗੇ ਕੀ ਬਣਦਾ। ਮੇਰੇ ਵੱਲੋਂ ਬਹੁਤ ਸਾਰਾ ਪਿਆਰ ਤੇ ਸਤਿਕਾਰ। ਸਤਿ ਸ਼੍ਰੀ ਅਕਾਲ ਜੀ।